ਸਤਿ ਸ਼੍ਰੀ ਅਕਾਲ। ਸਵਾਗਤ है ਸਾਰੇ ਹੀ ਦਰਸ਼ਕਾਂ ਦਾ। ਮੈਂ ਹਾਂ ਗਗਨਦੀਪ ਸਿੰਘ। ਸਵਾਗਤ ਦੇ ਨਾਲ ਹੀ ਵਧਦੇ ਹਾਂ ਪੰਜਾਬ ਦੀਆਂ ਤਾਜ਼ਾ ਸਰਗਰਮੀਆਂ ਦੇ ਵੱਲ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਨਜ਼ਰ ਆ ਰਹੇ ਨੇ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਰੈਲੀ ਕੀਤੀ ਗਈ, ਜੋ ਰੈਲੀ ਕਿਸਾਨ ਹੱਕਾਂ ਦੇ ਵਿੱਚ ਸੀ। ਇਸ ਰੈਲੀ ਦੇ ਦਰਮਿਆਨ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਦੇ ਉੱਤੇ ਕਰੜੇ ਹੱਲੇ ਬੋਲੇ ਨੇ। ਕੇਂਦਰ ਸਰਕਾਰ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜੇ ਕਰਦੇ ਹੋਏ ਉਹਨਾਂ ਇੱਥੋਂ ਤੱਕ ਕਹਿ ਦਿੱਤਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਦਬਾਉਣਾ ਚਾਹੁੰਦੀ ਹੈ। ਪਰ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਪੰਜਾਬ ਆਪਣੇ ਪੱਧਰ ਦੇ ਉੱਤੇ ਅਜਿਹੇ ਫੈਸਲੇ ਕਰੇ ਜੋ ਕਿ ਸੰਵਿਧਾਨਿਕ ਫੈਸਲੇ ਨੇ, ਉਸ ਦੇ ਨਾਲ ਪੰਜਾਬ ਆਪਣੇ ਪੈਰਾਂ ਦੇ ਉੱਤੇ ਖੜਾ ਜ਼ਰੂਰ ਹੋ ਸਕਦਾ ਹੈ। ਤੇ ਮੈਂ ਅੱਜ ਇਸ ਪਰਾਲੀ ਵਾਲੇ ਫੂਕਣ ਵਾਲੇ ਮਸਲੇ ਤੋਂ ਸ਼ੁਰੂ ਕਰਦਾ ਹਾਂ। ਦੁੱਧ ਦਾ ਦੁੱਧ ਕਰ ਦੂੰ, ਪਾਣੀ ਦਾ ਪਾਣੀ ਕਰ ਦੂੰ। ਕੋਈ ਕਹਿੰਦਾ ਜੀ ਪਰਾਲੀ ਨੂੰ ਫੂਕਣ ਦੇ ਨਾਲ ਦਿੱਲੀ 'ਚ ਪ੍ਰਦੂਸ਼ਣ ਹੁੰਦੀ ਹੈ, ਉਹ ਕਹਿੰਦਾ ਜੀ ਨਹੀਂ ਹੁੰਦੀ। ਮੈਂ ਇਸ ਬਾਤ ਦੇ ਵਿੱਚ ਪੈਂਦਾ ਹੀ ਪੰਜਾਬ ਦੇ ਪਿੰਡਾਂ ਦੇ ਵਿੱਚ ਤੇ ਪੋਲੂਸ਼ਨ ਹੋ ਰਹੀ ਹੈ ਨਾ ਯਾਰੋ, ਦਿੱਲੀ ਤੇ ਬਹੁਤ ਦੂਰ ਹੈ। ਮੈਨੂੰ ਫਿਕਰ ਹੈ ਕਿ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨਾ ਫੂਕਣ ਦੇ ਅਜਿਹੇ ਵਿਕਲਪ ਆਲਟਰਨੇਟਿਵ ਇਨਸੈਂਟਿਵ ਦਿੱਤੇ ਜਾਣ, ਉਹ ਪਰਾਲੀ ਵੀ ਨਾ ਫੂਕਣ ਤੇ ਉਹਨਾਂ ਦੀ ਆਮਦਨ ਵੀ ਵਧੇ। ਤੁਸੀਂ ਕੋਈ ਇਹੋ ਜਿਹਾ ਇਨਸੈਂਟਿਵ ਦਿੱਤਾ ਕਿ ਕਿਸਾਨ ਦੀ ਆਮਦਨ ਵਧੇ, ਆਵੋ ਪਰਾਲੀ ਫੂਕ ਸਕੇ। ਜਦ ਤੱਕ ਸਰਕਾਰਾਂ ਪਰਾਲੀ ਦੇ ਮਸਲੇ ਦੇ ਵਿੱਚ ਕਿਸਾਨ ਦੇ ਮੁਨਾਫੇ ਵਾਲੇ ਹੱਲ ਨਹੀਂ ਦਿੰਦੀਆਂ ਤੇ ਦੇਣਗੀਆਂ ਨੇ, ਜਦ ਤੱਕ ਸਰਕਾਰਾਂ ਕਿਸਾਨ ਦੀ ਬਾਂਹ ਨਹੀਂ ਫੜਨਗੀਆਂ, ਤਦ ਤੱਕ ਉਹ ਪਰਾਲੀ ਫੂਕਣ ਦੇ ਮਸਲੇ ਤੇ ਕਿਸਾਨ ਨੂੰ ਨਹੀਂ ਬਲਕਿ ਆਪਣੀ ਨਾਕਾਮੀ ਨੂੰ ਨਿੰਦ ਰਹੀਆਂ ਨੇ। ਮੈਂ ਡਟ ਕੇ ਕਹਿੰਦਾ ਔਰ ਠੋਕ ਕੇ ਕਹਿੰਦਾ ਇਹ ਉਹਦੀ ਨਾਕਾਮੀ। ਅੱਜ ਕੇਂਦਰ ਆਰਡੀਨੈਂਸ ਲੈ ਕੇ ਆਇਆ ਕਿ ਪਰਾਲੀ ਫੂਕਣ ਤੇ ਸਜ਼ਾ ਦੇ ਦਿਆਂਗੇ, ਪਰ ਉਹਨਾਂ ਨੇ ਪਰਾਲੀ ਨਾ ਫੂਕੀ ਜਾਵੇ। ਇਸ ਲਈ ਹੱਲਾਂ ਨੂੰ ਪੂਰੇ ਪੰਜਾਬ ਵਿੱਚ ਕਿਵੇਂ ਲਾਗੂ ਕੀਤਾ ਜਾਵੇ, ਇਹਦੇ ਉੱਤੇ ਕੋਈ ਕਦਮ ਚੁੱਕੇ ਦਿਖਾਓ। ਆਹ ਦੇਖੋ ਉਹਨਾਂ ਦਾ ਦੁੱਧ ਕਰੋ, ਪਾਣੀ ਦਾ ਪਾਣੀ। ਸਰਕਾਰਾਂ ਹੈਪੀ ਸੀਡਰ ਤੇ ਦੇ ਦਿੰਦੀਆਂ ਨੇ, ਹੈਪੀ ਸੀਡਰ ਦੇਣਗੀਆਂ ਤੇ ਸਬਸਿਡੀ ਵੀ ਦੇਣਗੀਆਂ ਨੇ, ਪਰ ਕਰਜ਼ਾਈ ਕਿਸਾਨ 1-2 ਏਕੜ ਵਾਲਾ ਕਿਸਾਨ ਕਿੱਥੋਂ ਟਰੈਕਟਰ ਲੈ ਕੇ ਹੈਪੀ ਸੀਡਰ ਚਲਾਊ? ਕਿਸੇ ਨੇ ਸੋਚਿਆ ਉਹ ਕਿੱਥੋਂ ਤੇਲ ਪਾਊ, ਡੀਜ਼ਲ ਪਾਊ, ਜਿਹੜਾ ਪਹਿਲੇ ਹੀ ਕਰਜ਼ਾਈ ਹੈ? ਇਹ ਕਿਸੇ ਨੇ ਸੋਚਿਆ? ਇਸ ਤੋਂ ਚੰਗਾ ਤੇ ਕਿਸਾਨ ਸੋਚਦਾ ਹੈ ਕਿ ਅੱਗੀ ਲਾ ਦਿਓ। ਉਹ ਮਜਬੂਰੀ 'ਚ ਫੂਕਦਾ ਪਰਾਲੀ, ਮਜਬੂਰੀ 'ਚ। ਕੇਜਰੀਵਾਲ ਸਾਹਿਬ ਉਹ ਆ ਕੇ ਕਹਿੰਦੇ ਜੀ ਕਿ ਪਰਾਲੀ ਤੋਂ ਅਸੀਂ ਖਾਦ ਬਣਾਵਾਂਗੇ। ਬਿਲਕੁਲ ਬਣਾ ਸਕਦੇ ਮਹਾਰਾਜ, ਬਿਲਕੁਲ ਬਣਾ ਸਕਦੇ। ਉਹਨਾਂ ਨੇ 1-2 ਖੇਤਾਂ ਦੇ ਵਿੱਚ ਜਾ ਕੇ ਉੱਥੇ ਖਾਦ ਦਿੱਤੀ ਵੀ ਹੈ, ਪਰ ਦਿੱਲੀ ਤਾਂ 4 ਖੇਤ ਹੈ, ਕਿਸਾਨੀ ਹੈ ਹੀ ਨਹੀਂ ਉੱਥੇ। ਕਿਹੜੇ ਖੇਤ ਨੇ? ਖੇਤੀ ਹੈ ਹੀ ਬਹੁਤ ਘੱਟ। ਪੰਜਾਬ ਸਰਕਾਰ ਤਾਂ ਅੱਜ ਤੋਂ 2 ਸਾਲ ਪਹਿਲਾਂ ਹੀ ਪਰਾਲੀ ਤੋਂ ਬਾਇਓ CNG, ਬਾਇਓਚਾਰ ਤੇ ਹੋਰ ਬਾਇਓਫਿਊਲ ਬਣਾਉਣ ਦਾ ਉਪਰਾਲਾ ਲੈ ਕੇ ਆਈ ਹੈ। ਉਹਦੇ ਪ੍ਰੋਜੈਕਟ ਵੀ ਪੰਜਾਬ ਦੇ ਵਿੱਚ ਕਈ ਪਿੰਡਾਂ ਵਿੱਚ ਚੱਲ ਰਹੇ ਨੇ, ਪਰ ਉਹ ਪੰਜਾਬ ਦੀ ਪਰਾਲੀ ਦਾ ਸਿਰਫ 5% ਹਿੱਸਾ ਹੈ। ਸਿਰਫ 5% ਹਿੱਸਾ ਪੰਜਾਬ ਦੀ ਪਰਾਲੀ ਦਾ। ਇਹ ਪਰਾਲੀ ਦੇ ਤਾਂ ਹੋਰ ਵੀ ਬੜੇ ਹੱਲ ਹੁੰਦੇ ਨੇ। ਕਿਸਾਨ ਤਾਂ ਪਰਾਲੀ ਦੇ ਫਾਇਦੇ ਨੁਕਸਾਨ ਬਹੁਤ ਚੰਗੀ ਤਰ੍ਹਾਂ ਸਮਝਦੇ ਆ। ਮੈਂ ਸਭ ਸਮਝਦਾ ਵੀ ਕਿਸਾਨਾਂ ਨੂੰ ਪਰਾਲੀ ਦੇ ਫਾਇਦੇ ਨੁਕਸਾਨ ਚੰਗੀ ਤਰ੍ਹਾਂ ਪਤਾ, ਪਰ ਜਿਹੜੇ ਮੇਰੇ ਸ਼ਹਿਰੀ ਭੈਣ ਭਾਈ ਆਏ ਨੇ, ਮੈਂ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਉਹਨਾਂ ਨੂੰ ਸਮਝਾ ਦੇਣਾ ਹੈ। ਕੋਈ ਰਾਕਟ ਸਾਇੰਸ ਨਹੀਂ। ਹਰ ਪੌਦਾ ਕਾਰਬਨ ਡਾਈਆਕਸਾਈਡ ਖਿੱਚਦਾ ਤੇ ਆਕਸੀਜਨ ਛੱਡਦਾ। ਉਸ ਦਾ ਸਰੀਰ ਕਾਰਬਨ ਦਾ ਬਣਿਆ ਹੋਇਆ। ਇਸ ਲਈ ਪਰਾਲੀ ਦੀ ਕੋਈ ਵੀ ਖੇਤੀ ਵੇਚ, ਪਰਾਲੀ ਹੋਵੇ ਜਾਂ ਕੋਈ ਵੀ ਖੇਤੀ ਵੇਚ, ਇਹ ਨੈਚੁਰਲ ਕਾਰਬਨ ਦਾ ਸਰੋਤ ਹੈ, ਨੈਚੁਰਲ ਕਾਰਬਨ ਦਾ। ਇਹਦੇ ਤੋਂ ਬਾਇਓਚਾਰ, ਬਾਇਓਗੈਸ, ਬਾਇਓ CNG, ਮਨਿਓਰ, ਪਰਾਲੀ ਦੇ ਕਾਰਡਬੋਰਡ, ਉਹ ਪਲੇਟਾਂ ਜਿਹੜੀਆਂ ਰੀਸਾਈਕਲ ਕਰੀ ਦੀਆਂ ਨੇ, ਚਿਮਚੇ, ਅਸੀਂ ਸਭ ਕੁਝ ਬਣਾ ਸਕਦੇ। ਪਰ ਮੁਸ਼ਕਿਲ ਇਹ ਹੈ ਕਿ ਸਰਕਾਰਾਂ ਸਜ਼ਾ ਦੇਣ ਨੂੰ ਤਾਂ ਮੂਹਰੇ ਹੁੰਦੀਆਂ ਨੇ, ਪਰ ਕਿਸਾਨ ਨੂੰ ਇਨਸੈਂਟਿਵ ਦੇਣ ਵੇਲੇ, ਕਿਸਾਨ ਦੀ ਬਾਂਹ ਫੜਨ ਵੇਲੇ ਪਿੱਛੇ ਹੋ ਜਾਂਦੀਆਂ। ਮੁਸ਼ਕਿਲ ਸਭ ਤੋਂ ਵੱਡੀ ਇਹ ਹੈ ਵੀਰੋ ਕਿ ਪਰਾਲੀ ਦਾ ਮਸਲਾ ਦੁਸ਼ਹਿਰੇ ਤੇ ਸ਼ੁਰੂ ਹੁੰਦਾ ਹੈ। ਦੁਸ਼ਹਿਰੀ ਤੇ ਆਰਟੀਕਲ ਵੀ ਲਿਖਣਗੇ, ਫਲਾਨਾ ਹੋਗਾ। ਫਿਰ ਜਦੋਂ ਦੀਵਾਲੀ ਦੀਆਂ ਠੰਡੀਆਂ ਹਵਾ ਆਉਂਦੀਆਂ ਨਾ ਪੱਛਮ ਚੋਂ, ਉਦੋਂ ਇਹ ਪਰਾਲੀ ਦਾ ਮਸਲਾ ਉੱਡ ਜਾਂਦਾ ਹੈ।
ਲੀਡਰ ਵੀ ਮਿੱਟੀ ਪਾ ਦਿੰਦੇ ਆ ਤੇ ਮੀਡੀਆ ਵੀ ਮਿੱਟੀ ਪਾ ਮੈਂ ਛਾਤੀ ਠੋਕ ਕੇ ਕਹਿ ਰਿਹਾ ਇਸ ਗੱਲ ਨਾ ਤੇ ਪੂਰਾ ਸਾਲ ਇਸ ਮਸਲੇ ਦੇ ਹੱਲਾਂ ਦੀ ਚਿੰਤਾ ਹੁੰਦੀ ਹੈ ਨਾ ਚਿੰਤਨ ਹੁੰਦਾ ਹੈ ਤੇ ਨਾ ਹੀ ਉਹਨਾਂ ਹੱਲਾਂ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਂਦਾ ਹੈ। ਮੈਂ ਅੱਜ ਤੋਂ ਕਈ ਸਾਲ ਪਹਿਲਾਂ ਤੋਂ ਇਸ ਮਸਲੇ ਨੂੰ ਸਮਝਦਾ ਤੇ ਇਸ ਦਾ ਹੱਲ ਵੀ ਸਮਝਦਾ। ਹੁਣ ਉਹਨਾਂ ਹੱਲਾਂ ਨੂੰ ਬੰਦ ਕਮਰਿਆਂ ਦੇ ਵਿੱਚ ਨਹੀਂ ਮੈਂ ਦਿੰਦਾ, ਹੁਣ ਖੁੱਲੇ ਆਮ ਸਾਰੀ ਦੁਨੀਆ ਦੇ ਸਾਹਮਣੇ ਉਹਨਾਂ ਹੱਲਾਂ ਨੂੰ ਦਿੰਦਾ ਤੇ ਮੇਰੇ ਹੱਲ 99% ਪੰਜਾਬੀਆਂ ਵਾਸਤੇ ਨੇ, ਗਰੀਬ ਵਾਸਤੇ ਨੇ, ਪੂੰਜੀਪਤੀਆਂ ਦੇ ਫਾਇਦੇ ਵਾਸਤੇ ਨਹੀਂ, ਆਮ ਕਿਸਾਨ ਦੇ ਫਾਇਦੇ ਦੇ ਵਾਸਤੇ ਨੇ। ਪਰਾਲੀ ਤੇ ਮੇਰੀ ਮੰਗ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਵਾਸਤੇ ਹਰ 5 ਪਿੰਡਾਂ ਦੇ ਵਿੱਚ ਕੋਲਡ ਸਟੋਰੇਜ ਬਣਾਵੇ ਤੇ ਉਹਨਾਂ ਕੋਲਡ ਸਟੋਰੇਜਾਂ ਦੇ ਵਾਸਤੇ ਬਿਜਲੀ ਪਰਾਲੀ ਤੋਂ ਬਣਾਈ ਜਾਵੇ। ਉੱਥੇ ਹੀ ਬੀਤੇ ਦਿਨੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤੇ ਗਏ ਚੱਕੇ ਜਾਮ ਦੀ ਕਾਲ ਨੂੰ ਸੰਪੂਰਨ ਤੌਰ ਦੇ ਉੱਤੇ ਸਫਲਤਾ ਮਿਲਣ ਤੋਂ ਬਾਅਦ ਹੁਣ ਸਭ ਦੀਆਂ ਨਿਗਾਹਾਂ 26 ਅਤੇ 27 ਨਵੰਬਰ ਵਾਲੇ ਦਿੱਲੀ ਚਲੋ ਦੇ ਨਾਅਰੇ ਦੇ ਉੱਤੇ ਨੇ, ਜਿਸ ਨੂੰ ਲੈ ਕੇ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਬਿਆਨ ਹੈ। ਉਹਨਾਂ ਦਾ ਕਹਿਣਾ ਹੈ ਕਿ ਪੂਰਾ ਅਕਾਲੀ ਦਲ ਕਿਸਾਨ ਜਥੇਬੰਦੀਆਂ ਦਾ ਦਿੱਲੀ ਦੇ ਵਿੱਚ ਸਾਥ ਦੇਵੇਗਾ ਤੇ ਦਿੱਲੀ ਦੇ ਵਿੱਚ ਕਿਸਾਨੀ ਪ੍ਰਦਰਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਜਾ ਕੇ ਡਟੇਗਾ। ਸ਼੍ਰੋਮਣੀ ਅਕਾਲੀ ਦਲ ਦਾ ਇਹ ਫੈਸਲਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਸੰਘਰਸ਼ ਲੜਿਆ ਜਾ ਰਿਹਾ ਉਹਦੇ 'ਚ ਸਹਿਯੋਗ ਦਿੱਤਾ ਜਾਵੇ, ਮਿਲਵਰਤਨ ਦਿੱਤਾ ਜਾਵੇ। ਕਿਸਾਨ ਜਥੇਬੰਦੀਆਂ ਨੇ ਹੁਣ ਤੱਕ ਜਿੰਨੇ ਵੀ ਪ੍ਰੋਗਰਾਮ ਦਿੱਤੇ ਨੇ, ਅਕਾਲੀ ਦਲ ਨੇ ਕੋਈ ਮਤਵਾਜੀ ਪ੍ਰੋਗਰਾਮ ਨਹੀਂ ਦਿੱਤਾ, ਉਹਨਾਂ ਵਿੱਚ ਹੀ ਸਹਿਯੋਗ ਦਿੱਤਾ, ਉਹਨਾਂ ਨੂੰ ਹੀ ਮਿਲਵਰਤਨ ਦਿੱਤੀ ਆ। ਇਸ ਲਈ ਭਾਵੇਂ ਕੱਲ੍ਹ ਭਾਰਤ ਬੰਦ ਦਾ ਸੱਦਾ ਸੀ, ਉਹਦੇ ਵਿੱਚ ਵੀ ਅਕਾਲੀ ਦਲ ਨੇ ਪੂਰਾ ਸਹਿਯੋਗ ਦਿੱਤਾ। ਔਰ 26-27 ਨਵੰਬਰ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ। ਦਿੱਲੀ ਦੇ ਵਿੱਚ ਕਿਸਾਨ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਆਪਣੇ ਵਰਕਰ, ਆਪਣੀ ਲੀਡਰਸ਼ਿਪ ਨੂੰ ਪੂਰੀ ਤਰ੍ਹਾਂ ਇਸ 26-27 ਦੇ ਪ੍ਰੋਗਰਾਮ ਵਿੱਚ ਸਹਿਯੋਗ ਦੇਣ ਲਈ ਹਦਾਇਤਾਂ ਕਰੇਗਾ ਔਰ ਸਹਿਯੋਗ ਦੇਵੇਗਾ, ਕਿਉਂਕਿ ਅੱਜ ਲੋੜ ਹੈ ਪੰਜਾਬੀਆਂ ਦਾ ਏਕਾ ਸਾਰਨ ਦੀ, ਦੇਸ਼ ਦੇ ਕਿਸਾਨ ਖੇਤ ਮਜ਼ਦੂਰ ਨੂੰ ਇਕੱਠੇ ਹੋ ਕੇ ਚੱਲਣ ਦੀ। ਔਰ ਮੈਂ ਸਮਝਦਾ ਕਿ ਇਹ ਇਕੱਲਾ ਕਿਸਾਨ ਖੇਤ ਮਜ਼ਦੂਰ ਜਾਂ ਵਪਾਰੀ ਦਾ ਸੰਘਰਸ਼ ਨਹੀਂ ਰਿਹਾ, ਇਹ ਸੰਘਰਸ਼ ਹੁਣ ਦੇਸ਼ ਵਿਆਪੀ ਬਣ ਗਿਆ। ਇਹ ਸੰਘਰਸ਼ ਹੁਣ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦਾ ਬਣ ਗਿਆ। ਇਹ ਸੰਘਰਸ਼ ਹੁਣ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਕੇਂਦਰ ਦੀ ਦਖਲਅੰਦਾਜ਼ੀ ਦੇ ਵਿਰੋਧ ਦਾ ਬਣ ਗਿਆ। ਇਹ ਸੰਘਰਸ਼ ਹੁਣ ਦੇਸ਼ ਦੇ ਵਿੱਚ ਹਕੀਕੀ ਰੂਪ ਵਿੱਚ ਫੈਡਰਲਿਜ਼ਮ ਬਣਾਉਣ ਦਾ ਬਣ ਗਿਆ। ਇਹ ਸੰਘਰਸ਼ ਹੁਣ ਯੂਨਿਟਰੀ ਸਿਸਟਮ ਵੱਲ ਮੁਲਕ ਨੂੰ ਲਿਜਾਇਆ ਜਾ ਰਿਹਾ, ਉਹਦੇ ਵਿਰੋਧ ਦਾ ਬਣ ਗਿਆ। ਸੋ ਇਹ ਸਾਰੀ ਲਾਮਬੰਦੀ ਹਮਖਿਆਲ ਪਾਰਟੀਆਂ ਨੂੰ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਜਿੱਥੇ ਕਰੇਗਾ, ਉੱਥੇ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੇ ਸੰਘਰਸ਼ ਲੜਿਆ ਜਾ ਰਿਹਾ ਉਹਦੇ 'ਚ ਪੂਰਾ ਸਹਿਯੋਗ ਦੇਵੇਗਾ ਤੇ 26-27 ਦੇ ਪ੍ਰੋਗਰਾਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪੂਰੀ ਤਰ੍ਹਾਂ ਸਹਿਯੋਗ ਦੇਣਗੇ ਇਸ ਸੰਘਰਸ਼ ਪ੍ਰੋਗਰਾਮ ਨੂੰ ਸਫਲ ਕਰਨ ਲਈ। ਮੈਂ ਸਮਝਦਾ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਵਿੱਚ ਮਾਲ ਗੱਡੀਆਂ ਚਲਾਉਣ ਦੇ ਫੈਸਲੇ 'ਤੇ ਸ਼ਰਤਾਂ ਲਾਉਣਾ, ਬੰਦਸ਼ਾਂ ਲਾਉਣਾ ਬਹੁਤ ਹੀ ਦੁਖਦਾਈ ਆ, ਕਿਉਂਕਿ ਇਸ ਤਰ੍ਹਾਂ ਸ਼ਰਤਾਂ ਲੱਗ ਰਹੀਆਂ ਨੇ ਜਿਵੇਂ ਪਾਕਿਸਤਾਨ ਨਾਲ ਲੱਗ ਰਹੀਆਂ ਹੁੰਦੀਆਂ ਵੀ ਸਰਹੱਦ 'ਤੇ ਗੋਲਾਬਾਰੀ ਬੰਦ ਕਰੋ ਫਿਰ ਤੁਹਾਡੇ ਨਾਲ ਗੱਲ ਹੋਏਗੀ। ਇਹ ਪੰਜਾਬ ਨੂੰ ਬੇਗਾਨਾ ਨਾ ਸਮਝਣ, ਪੰਜਾਬ ਨਾਲ ਵਿਦੇਸ਼ੀਆਂ ਵਾਲਾ ਵਰਤਾਓ ਨਾ ਕਰਨ, ਪੰਜਾਬ ਨੂੰ ਆਪਣਾ ਸਮਝਣ। ਪੰਜਾਬ ਦੀ ਇਸ ਮੁਲਕ ਦੀ ਤਰੱਕੀ ਲਈ, ਮੁਲਕ ਨੂੰ ਆਜ਼ਾਦ ਕਰਾਉਣ ਲਈ, ਮੁਲਕ ਦੀਆਂ ਸਰਹੱਦਾਂ 'ਤੇ ਰਾਖੀ ਕਰਨ ਲਈ, ਮੁਲਕ ਦੀ ਭੁੱਖਮਰੀ ਦੂਰ ਕਰਨ ਲਈ ਜਿਹੜੀ ਕੰਟਰੀਬਿਊਸ਼ਨ ਆ ਉਹਦਾ ਵਿਸ਼ੇਸ਼ ਸਨਮਾਨ ਦਾ ਹੱਕਦਾਰ ਆ ਪੰਜਾਬ। ਪਰ ਇੱਥੇ ਤਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਵੀ ਵਰਤਾਓ ਗਲਤ ਹੋ ਰਿਹਾ। ਇੱਥੇ ਤਾਂ ਪੰਜਾਬ ਨੂੰ ਇੱਕ ਆਰਥਿਕ ਘੇਰਾਬੰਦੀ ਕਰਕੇ, ਜਿਵੇਂ ਕਹਿੰਦੇ ਆ ਵੀ ਸੰਘੀ ਕੁੱਟ ਕੇ ਭੁੱਖ ਨਾਲ ਮਰਨ ਲਈ ਮਜਬੂਰ ਕੀਤਾ ਜਾ ਰਿਹਾ। ਇਹ ਜਿਹੜਾ ਵਰਤਾਓ ਆ ਇਹਦਾ ਬਹੁਤ ਸਖਤ ਵਿਰੋਧ ਪੰਜਾਬੀਆਂ ਦੇ ਮਨਾਂ ਵਿੱਚ ਆ। ਔਰ ਕੇਂਦਰ ਸਰਕਾਰ ਨੂੰ ਜਾਂ ਰੇਲਵੇ ਦੇ ਬੋਰਡ ਦੇ ਚੇਅਰਮੈਨ ਨੇ, ਉਹਨਾਂ ਨੂੰ ਮੈਂ ਸਮਝਦਾ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਸ਼ਰਤਾਂ ਲਾ ਕੇ ਪੰਜਾਬੀਆਂ ਨੂੰ ਭੜਕਾਉਣ ਦੀ ਥਾਂ ਬਲਕਿ ਐਮੀਕੇਬਲੀ ਪਿਆਰ ਨਾਲ ਇਹ ਮਸਲਾ ਹੱਲ ਕਰਨਾ ਚਾਹੀਦਾ। ਜਦੋਂ ਸੰਘਰਸ਼ ਕਰਨ ਵਾਲੇ ਲੋਕ ਕਹਿੰਦੇ ਟਰੈਕ ਖਾਲੀ ਆ, ਜਦੋਂ ਪੰਜਾਬ ਦੀ ਸਰਕਾਰ ਕਹਿ ਰਹੀ ਆ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ, ਜੇ ਕਿਸੇ ਦਾ ਬਾਲ ਵਿੰਗਾ ਹੋ ਜਾਏ ਡਰਾਈਵਰ ਦਾ, ਕਿਸੇ ਹੋਰ ਦਾ, ਤਾਂ ਫਿਰ ਵਿਸ਼ਵਾਸ ਕਰਨਾ ਚਾਹੀਦਾ ਕੇਂਦਰ ਸਰਕਾਰ ਨੂੰ। ਸੋ ਇਹ ਬੇਵਿਸ਼ਵਾਸੀ ਜਿਹੜੀ ਕਿਸੇ ਸੂਬੇ 'ਤੇ ਕੇਂਦਰ ਦੀ ਜਿਹੜੀ ਆ, ਉਹ ਕਿਸੇ ਤਰ੍ਹਾਂ ਵੀ ਦੇਸ਼ ਦੇ ਹਿੱਤ 'ਚ ਨਹੀਂ। ਬੀਤੇ ਦਿਨੀ ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਵਿਚਕਾਰ ਹੋਈ ਬੈਠਕ ਦੇ ਨਤੀਜੇ ਸਾਰਥਕ ਸਿੱਧ ਹੋਏ ਨੇ। ਕਿਸਾਨ ਜਥੇਬੰਦੀਆਂ ਦੇ ਵੱਲੋਂ ਬੀਤੇ ਦਿਨੀ ਹੀ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ ਸੀ ਕਿ ਜੇਕਰ ਕੇਂਦਰ ਸਰਕਾਰ ਨੂੰ ਸਟੇਸ਼ਨ ਦੇ ਉੱਤੇ ਲੱਗੇ ਧਰਨੇ ਤੋਂ ਵੀ ਕਿਸੇ ਕਿਸਮ ਦੀ ਮੁਸ਼ਕਿਲ ਹੈ ਤਾਂ ਉਹ ਸਟੇਸ਼ਨ ਤੋਂ ਬਾਹਰ ਧਰਨੇ ਲਗਾ ਲੈਣਗੇ।
ਜਿਸ ਦਾ ਨਤੀਜਾ ਹੁਣ ਪੰਜਾਬ ਦੇ ਵਿੱਚੋਂ ਵਿਖਣਾ ਸ਼ੁਰੂ ਹੋ ਚੁੱਕਿਆ ਹੈ। ਵੱਖ-ਵੱਖ ਥਾਵਾਂ ਦੇ ਉੱਤੇ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਮੋਗਾ ਰੂਪਨਗਰ ਦੇ ਵਿਚਲੀਆਂ ਖਾਸ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਰੂਪਨਗਰ ਦੇ ਵਿੱਚੋਂ ਟੈਸਟਿੰਗ ਟ੍ਰੇਨ ਵੀ ਗੁਜ਼ਰੀ ਹੈ, ਜਿਸ ਦੇ ਨਾਲ ਲੱਗ ਰਿਹਾ ਹੈ ਕਿ ਜਲਦ ਹੀ ਪੰਜਾਬ ਦੇ ਵਿੱਚ ਹੁਣ ਟ੍ਰੇਨਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ। ਇਸ ਟੈਸਟਿੰਗ ਟ੍ਰੇਨ ਨੂੰ ਹਰੀ ਝੰਡੀ ਦਿੱਤੀ ਗਈ ਹੈ, ਜੋ ਕਿ ਪੂਰੇ ਪੰਜਾਬ ਦੇ ਵਿੱਚੋਂ ਗੁਜ਼ਰ ਕੇ ਸਾਰੀਆਂ ਰੇਲ ਪਟੜੀਆਂ ਦੀ ਟੈਸਟਿੰਗ ਤੋਂ ਬਾਅਦ ਮਾਲ ਗੱਡੀਆਂ ਦੇ ਦੁਬਾਰਾ ਪਟੜੀ ਦੇ ਉੱਤੇ ਆਉਣ ਦੀ ਉਮੀਦ ਜਾਗ ਚੁੱਕੀ ਹੈ। ਕਿਸਾਨ ਜਥੇਬੰਦੀਆਂ ਇਸ ਗੱਲ ਦੇ ਉੱਤੇ ਅੜੀਆਂ ਨੇ ਕਿ ਜੇਕਰ ਮਾਲ ਗੱਡੀਆਂ ਦੇ ਨਾਲ ਪੈਸੇਂਜਰ ਗੱਡੀਆਂ ਚਲਾਉਣ ਦੇ ਲਈ ਰੇਲਵੇ ਵਿਭਾਗ ਕਹਿ ਰਿਹਾ ਤਾਂ ਇਹ ਸਰਾਸਰ ਗਲਤ ਹੈ, ਕਿਉਂਕਿ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਇਸ ਗੱਲ ਦਾ ਐਲਾਨ ਕਰ ਚੁੱਕੀਆਂ ਨੇ ਕਿ ਸਿਰਫ ਮਾਲ ਗੱਡੀਆਂ ਨੂੰ ਹੀ ਪੰਜਾਬ ਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਉਸੇ ਦੇ ਲਈ ਉਹਨਾਂ ਦੇ ਵੱਲੋਂ ਰੇਲਵੇ ਟਰੈਕ ਖਾਲੀ ਕੀਤੇ ਗਏ ਨੇ। ਪਰ ਜੇਕਰ ਪੈਸੇਂਜਰ ਗੱਡੀਆਂ ਆਉਂਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਉਸ ਦਾ ਲਗਾਤਾਰ ਵਿਰੋਧ ਜਾਰੀ ਰਹੇਗਾ। ਸਾਡੀ ਜੋ ਹਾਈ ਕਮਾਂਡ ਦਾ ਫੈਸਲਾ ਹੋਇਆ ਸੀ ਕਿਸਾਨ ਯੂਨੀਅਨਾਂ ਦਾ, ਉਹਦੇ ਮੁਤਾਬਕ ਅਸੀਂ ਰਾਤ ਟਰੈਕ ਇਹਨਾਂ ਦਾ ਤੇ ਇਹਨਾਂ ਦਾ ਆਪਣਾ ਪਲੇਟਫਾਰਮ ਖਾਲੀ ਕਰਤਾ ਰਾਤ ਹੀ। ਹੁਣ ਅਸੀਂ ਆ ਇੱਧਰ ਇਹਨਾਂ ਦੀ ਇੱਕ ਬਣੀ ਹੋਈ ਆ ਪਾਰਕਿੰਗ, ਉੱਥੇ ਅਸੀਂ ਆਪਣਾ ਸ਼ਿਫਟ ਕਰਨ ਲੱਗੇ ਹਾਂ ਜੀ। ਤੇ ਰੇਲਵੇ ਤੋਂ ਜਿਹੜੀ ਹੈਗੀਆਂ ਖਬਰਾਂ ਆ ਰਹੀਆਂ, ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਰੇਲਵੇ ਦੀ ਜਿਹੜੀ ਪ੍ਰਾਪਰਟੀ ਆ ਖਾਲੀ ਨਹੀਂ ਹੁੰਦੀ, ਬਿਲਕੁਲ ਜਿਹੜਾ ਹੈਗਾ ਰੇਲਵੇ ਦੀ ਜ਼ਮੀਨ ਤੋਂ ਬਾਹਰ ਨਹੀਂ ਜਾਂਦੇ ਕਿਸਾਨ, ਉਦੋਂ ਤੱਕ ਟ੍ਰੇਨਾਂ ਨਹੀਂ ਚਲਾਈਆਂ ਜਾਣੀਆਂ। ਦੇਖੋ ਜੀ, ਇਹ ਤਾਂ ਉਹਨਾਂ ਦੀ ਸੋਚ ਹੈ। ਸਾਡੇ ਵੱਲੋਂ ਤਾਂ ਨਾ ਰੇਲਵੇ ਨੂੰ ਨੁਕਸਾਨ ਪਹੁੰਚਾਉਣਾ ਸੀ ਤਾਂ ਕੋਈ, ਨਾ ਅਸੀਂ ਰੇਲਵੇ ਦੇ ਕਿਸੇ ਵਰਕਰ ਨੂੰ ਨੁਕਸਾਨ ਪਹੁੰਚਾਉਣਾ ਹੈ, ਨਾ ਅਸੀਂ ਪਹਿਲਾਂ ਪਹੁੰਚਾਇਆ। ਇਹ ਤਾਂ ਇੱਕ ਉਹਨਾਂ ਦੀ ਨੀਤ ਮਾੜੀ ਹੈ, ਗਲਤ ਨੀਤ ਹੈ ਕੇਂਦਰ ਸਰਕਾਰ ਦੀ। ਇਹ ਤਾਂ ਚਾਹੇ ਅਸੀਂ ਰੇਲਵੇ ਟਰੈਕ ਛੱਡ ਕੇ ਆਪਣੇ ਘਰ ਚਲੇ ਜਾਈਏ ਨਾ ਤਾਂ ਵੀ ਨਹੀਂ ਚਲਾਉਣਾ। ਜੇ ਚਲਾਉਣਗੇ ਤਾਂ ਤਰਸਾਉਣਗੇ। ਜੇ ਸਾਨੂੰ 200 ਕੁਇੰਟਲ ਦੀ ਲੋੜ ਯੂਰੀਏ ਦੀ ਲੋੜ ਆ ਤਾਂ ਸਾਨੂੰ 50 ਕੁਇੰਟਲ ਭੇਜਣਗੇ। ਜੇ ਸਾਨੂੰ 10,000 ਕੁਇੰਟਲ ਲੋੜ ਆ ਡਾਇਪ ਦੀ DAP ਦੀ ਤਾਂ ਸਾਨੂੰ ਇਹ 500 ਕੁਇੰਟਲ ਭੇਜਣਗੇ। ਇਹ ਤਾਂ ਨੀਤ ਮਾੜੀ ਆ ਕੇਂਦਰ ਸਰਕਾਰ ਦੀ, ਬਹਾਨੇਬਾਜ਼ੀ ਕਰਦੀ ਹੈ। ਮੈਨੂੰ ਤਾਂ ਬਿਆਨ ਆ ਰਿਹਾ ਸੀ ਕਿ ਟ੍ਰੇਨਾਂ ਜਿਹੜੀਆਂ ਸਾਰੀਆਂ ਸ਼ੁਰੂ ਕੀਤੀਆਂ ਜਾਣੀਆਂ, ਪੈਸੇਂਜਰ ਵੀ ਸ਼ੁਰੂ ਕੀਤੀਆਂ ਜਾਣੀਆਂ, ਤੇ ਜਿਵੇਂ ਕਿਸਾਨ ਅੜੇ ਹੋਏ ਸੀਗੇ ਸਿਰਫ ਮਾਲ ਗੱਡੀਆਂ ਚਲਾਈਆਂ ਜਾਣੀਆਂ। ਹੁਣ ਕਿਸਾਨਾਂ ਵੱਲੋਂ ਸਹਿਮਤੀ ਦਿੱਤੀ ਗਈ ਪੈਸੇਂਜਰ ਗੱਡੀਆਂ ਨੂੰ? ਨਹੀਂ ਜੀ ਨਹੀਂ, ਸਾਡੇ ਵੱਲੋਂ ਤਾਂ ਸਿਰਫ ਮਾਲ ਗੱਡੀਆਂ ਵਾਸਤੇ ਟਰੈਕ ਤੇ ਇਹ ਵਿਹਲੇ ਕਰੇ ਗਏ ਆ ਪਲੇਟਫਾਰਮ। ਪੈਸੇਂਜਰ ਗੱਡੀ ਵਾਸਤੇ ਸਾਡਾ ਕੋਈ ਸਮਝੌਤਾ ਨਹੀਂ, ਨਾ ਅਸੀਂ ਪੈਸੇਂਜਰ ਗੱਡੀ ਵਾਸਤੇ ਕੋਈ ਹੁਣ ਤੱਕ ਇਹਨਾਂ ਨਾਲ ਕੋਈ ਫੈਸਲਾ ਕਰਿਆ, ਨਾ ਸਾਡੇ ਹੋਇਆ, ਨਾ ਅਸੀਂ ਪੈਸੇਂਜਰ ਗੱਡੀਆਂ ਚੱਲਣ ਦੇਣੇ ਜਦ ਤੱਕ ਸਾਡੀ ਹਾਈ ਕਮਾਂਡ ਨਹੀਂ ਕਹਿੰਦੀ। ਪਰੰਤੂ ਇਹਨਾਂ ਦੀ ਆਪਣੀ ਨੀਤ ਠੀਕ ਨਹੀਂ। ਜਿਹੜਾ ਉਹ ਚੇਅਰਮੈਨ ਉਹ ਵੀ ਬੋਲੀ ਕੇਂਦਰ ਦੀ ਬੋਲਦਾ, ਕੇਂਦਰ ਨੇ ਅਪੁਆਇੰਟ ਕਰਿਆ ਹੋਇਆ ਉਹ। ਜਿਹੜਾ ਕੋਈ ਵੱਡੇ ਤੇ ਵੱਡਾ ਸਾਡਾ ਰਿਜ਼ਰਵ ਬੈਂਕ ਉਹ ਵੀ ਇਹਨਾਂ ਦੀ ਬੋਲੀ ਬੋਲਦਾ। ਸਾਡੀ ਕੋਈ ਵੱਡੀ ਸੰਸਥਾ, ਕੋਈ ਸਾਡੀ ਇਨਕੁਆਰੀ ਵਾਲੀ ਕੋਈ ਸੰਸਥਾ, ਉਹ ਵੀ ਇਹਨਾਂ ਦੀ ਬੋਲੀ ਬੋਲਦੀ ਆ। ਹੁਣ ਤਾਂ ਇਹਨਾਂ ਸਾਰੀਆਂ ਸੰਸਥਾਵਾਂ ਕੈਪਚਰ ਕਰੀਆਂ ਹੋਈਆਂ। ਰੁਕ ਕਰਦੇ ਅਗਲੀ ਖਬਰ ਦੇ ਵੱਲ। ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ DGP ਦਿਨਕਰ ਗੁਪਤਾ ਪੰਜਾਬ ਸਰਕਾਰ ਅਤੇ UPSC ਦੇ ਹੱਕ ਦੇ ਵਿੱਚ ਵੱਡਾ ਫੈਸਲਾ ਦਿੱਤਾ ਗਿਆ ਹੈ, ਜਿਸ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ DGP ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਜਾਇਜ਼ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸੰਬੰਧੀ ਗੱਲਬਾਤ ਕਰਦਿਆਂ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਪੰਜਾਬ ਸਰਕਾਰ, UPSC ਅਤੇ ਦਿਨਕਰ ਗੁਪਤਾ ਦੇ ਵੱਲੋਂ ਦਾਇਰ 6 ਪਟੀਸ਼ਨਾਂ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਸਟਿਸ ਜਸਵੰਤ ਸਿੰਘ ਅਤੇ ਜਸਟਿਸ ਸੰਤ ਪ੍ਰਕਾਸ਼ ਦੇ ਆਧਾਰਿਤ ਇੱਕ ਬੈਂਚ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਆਪਣਾ ਫੈਸਲਾ ਸੁਣਾਇਆ ਗਿਆ ਹੈ, ਜਿਸ ਨਾਲ ਗੁਪਤਾ ਅਤੇ ਪੰਜਾਬ ਸਰਕਾਰ ਨੂੰ ਵੀ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਗੁਪਤਾ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਦੇ ਲਈ ਪੰਜਾਬ ਦੇ 2 ਹੋਰ DGP ਪੱਧਰ ਦੇ ਅਧਿਕਾਰੀ ਮੁਹੰਮਦ ਮੁਸਤਫਾ ਅਤੇ ਸਿਧਾਰਥ ਚਟੋਪਾਧਿਆ ਦੇ ਵੱਲੋਂ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਦੇ ਕੋਲ ਪਹੁੰਚ ਕੀਤੀ ਗਈ ਸੀ, ਜਿੱਥੇ ਗੁਪਤਾ ਦੀ ਨਿਯੁਕਤੀ ਰੱਦ ਕਰ ਦਿੱਤੀ ਗਈ ਸੀ। ਪਰ ਪੰਜਾਬ ਸਰਕਾਰ, UPSC ਅਤੇ ਦਿਨਕਰ ਗੁਪਤਾ ਦੇ ਵੱਲੋਂ ਕੈਟ ਦੇ ਉਕਤ ਫੈਸਲੇ ਵਿਰੁੱਧ ਪਟੀਸ਼ਨਾਂ ਪਾਈਆਂ ਗਈਆਂ ਸਨ, ਜੋ ਹੁਣ ਹਾਈ ਕੋਰਟ ਦੇ ਵੱਲੋਂ ਪ੍ਰਵਾਨ ਕਰ ਲਈਆਂ ਗਈਆਂ ਨੇ। ਦੇਖੋ, ਡਿਸੀਜਨ ਤਾਂ ਹਜੇ ਜਿਹੜੀ ਅਨਾਉਂਸਮੈਂਟ ਹੋਈ ਹੈ ਉਹ ਇਹੀ ਹੈਗੀ ਕਿ ਜਿਹੜਾ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਾਈਬੂਨਲ ਨੇ ਫੈਸਲਾ ਦਿੱਤਾ ਸੀਗਾ, ਜਿਸ ਫੈਸਲੇ ਦੇ ਆਧਾਰ ਤੇ ਦਿਨਕਰ ਗੁਪਤਾ ਜੀ ਦੀ ਨਿਯੁਕਤੀ ਰੱਦ ਕੀਤੀ ਗਈ ਸੀ, ਉਹ ਫੈਸਲੇ ਨੂੰ ਹਾਈ ਕੋਰਟ ਨੇ ਸੈਟ ਅਸਾਈਡ ਕਰਤਾ। ਇਹਦਾ ਮਤਲਬ ਹੈ ਕਿ ਦਿਨਕਰ ਗੁਪਤਾ ਜੀ ਆਪਣੀ ਪੋਸਟ ਤੇ ਬਣੇ ਰਹਿਣਗੇ। ਔਰ ਜਿਹੜਾ ਕੈਟ ਦਾ ਫੈਸਲਾ ਰੱਦ ਹੋਣ ਦੇ ਮਤਲਬ ਇਹ ਹੈਗਾ ਕਿ ਜਿਹੜੀ ਓਰੀਜਨਲ ਪਟੀਸ਼ਨਸ ਮੁਸਤਫਾ ਜੀ ਦੀ ਔਰ ਚਟੋਪਾਧਿਆ ਦੀ ਫਾਈਲ ਹੋਈ ਸੀਗੀ, ਉਹ ਇਹਦਾ ਮਤਲਬ ਖਾਰਿਜ, ਇੱਕ ਤਰ੍ਹਾਂ ਨਾਲ ਖਾਰਿਜ ਮੰਨੀ ਜਾਏਗੀ। ਦੇਖੋ, ਪ੍ਰਾਇਮਰੀਲੀ ਤਾਂ ਜਿਹੜਾ ਉਹਨਾਂ ਦਾ ਸਟੈਂਡ ਸੀਗਾ ਉਹ ਇਹ ਸੀਗਾ ਕਿ ਜਿਹੜੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਲੈਕਸ਼ਨ ਦਾ ਪ੍ਰੋਸੀਜਰ ਕੀਤਾ ਸੀਗਾ, ਉਹ ਸੁਪਰੀਮ ਕੋਰਟ ਦੀ ਗਾਈਡਲਾਈਨਸ ਇੱਕ ਜਜਮੈਂਟ ਸੀਗੀ ਪ੍ਰਕਾਸ਼ ਸਿੰਘ, ਉਹਦੇ ਖਿਲਾਫ ਸੀਗਾ। ਉਹਦੇ ਇਲਾਵਾ ਕਈ ਹੋਰ ਪਹਿਲੂ ਵੀ ਰੱਖੇ ਗਏ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਗਾਈਡਲਾਈਨਸ ਬਾਰੇ ਕਿਹਾ ਗਿਆ ਕਿ ਪੈਨਲ ਪੰਚ ਆਫਿਸਰਸ ਤੋਂ ਜ਼ਿਆਦਾ ਨਹੀਂ ਹੋ ਸਕਦਾ, ਐਂਡ ਸੋ ਫੋਰਥ ਐਂਡ ਸੋ ਔਨ। ਸੋ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਾਈਬੂਨਲ ਨੇ ਪ੍ਰਾਇਮਰੀਲੀ ਪ੍ਰਕਾਸ਼ ਸਿੰਘ ਦੀ ਫੈਸਲੇ ਦੇ ਹਿਸਾਬ ਨਾਲ ਆਪਣਾ ਫੈਸਲਾ ਸੁਣਾਇਆ, ਤੇ ਸਾਡਾ ਇਹ ਮੰਨਣਾ ਸੀ ਕਿ ਜਿਹੜੀ ਇੰਟਰਪ੍ਰੀਟੇਸ਼ਨ ਪ੍ਰਕਾਸ਼ ਸਿੰਘ ਦੇ ਫੈਸਲੇ ਦੀ ਕੀਤੀ ਹੈ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਾਈਬੂਨਲ ਨੇ, ਉਹ ਬਿਲਕੁਲ ਠੀਕ ਨਹੀਂ ਹੈਗੀ, ਵਾਜਿਬ ਨਹੀਂ ਹੈਗੀ। ਔਰ ਇਸ ਕਰਕੇ ਜਿਹੜਾ ਫੈਸਲਾ ਹੈ ਕੈਟ ਦਾ, ਉਹ ਸੈਟੀਸਫਾਈਡ ਹੋਣਾ ਚਾਹੀਦਾ ਹੈ।
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ ਕਿਸੇ ਨਾਲ ਕੋਈ ਪੱਖਪਾਤ ਕਰਨ ਦੀ ਲੋੜ ਨਹੀਂ। ਉਹਨਾਂ ਨੇ ਪੰਜਾਬ ਦੇ ਹਿਸਾਬ ਨਾਲ, ਪੰਜਾਬ ਦੀ ਟੈਰੀਟਰੀ ਦੇ ਹਿਸਾਬ ਨਾਲ ਜਿਹੜਾ ਬੈਸਟ ਕੈਂਡੀਡੇਟ ਸਮਝਿਆ ਉਹਨੂੰ ਸਿਲੈਕਟ ਕੀਤਾ, ਔਰ ਸਿਲੈਕਸ਼ਨ ਜਿਹੜੀ ਹੈ ਓਵਰਬੋਰਡ ਹੈ। ਹਾਂਜੀ, ਕਿਉਂਕਿ ਇਹ ਵੀ ਇੱਕ ਤੁਹਾਡੀ ਗੱਲ ਠੀਕ ਹੈ, ਇੱਕ ਇਹ ਵੀ ਦਲੀਲ ਦਿੱਤੀ ਗਈ ਸੀ ਕਿ ਮੁਸ਼ਤਬਾ ਜੀ ਸੀਨੀਅਰ ਹੈਗੇ ਨੇ ਤੇ ਉਹਨਾਂ ਨੂੰ ਰਾਈਟ ਪਹਿਲਾਂ ਸੀਗਾ ਅਪਾਇੰਟਮੈਂਟ ਦਾ, ਬਟ ਉਹ ਕਾਨੂੰਨ 'ਚ ਬੜਾ ਸਟਰੋਂਗ ਆਰਗੂਮੈਂਟ ਨਹੀਂ ਹੈ। ਓਬਵੀਅਸਲੀ ਵਨਸ ਦ ਜਜਮੈਂਟ ਆਫ ਦੀ ਹਾਈ ਕੋਰਟ ਕਮਸ ਵੀ ਵਿਲ ਬੀ ਏਬਲ ਟੂ ਸੀ ਹਾਊ ਦੀ ਹਾਈ ਕੋਰਟ ਹੈਜ਼ ਟੈਕਲਡ ਦੈਟ ਪਾਰਟ ਆਫ ਦੀ ਆਰਗੂਮੈਂਟ। ਹਾਂ ਬਿਲਕੁਲ ਜੀ, ਦੇਖੋ ਹਰ ਸਿਟੀਜ਼ਨ ਨੂੰ ਰਾਈਟ ਹੈ ਹਾਈ ਕੋਰਟ ਦੀ ਜਜਮੈਂਟ ਅਗਰ ਉਹਦੇ ਖਿਲਾਫ ਹੋਏ ਤੇ ਉਹ ਸੁਪਰੀਮ ਕੋਰਟ 'ਚ ਯਾਚੀਕਾ ਫਾਈਲ ਕਰ ਸਕਦਾ ਹੈ, ਤੇ ਉਹ ਵੀ ਅਗਰ ਚਾਹਣ ਤੇ ਜ਼ਰੂਰ ਸੁਪਰੀਮ ਕੋਰਟ ਦੇ ਡੋਰਸ are always open for him and he can file his SLP before the Honorable Supreme Court. देखो इस तरह है कि प्रकाश सिंह की जजमेंट आई सी जिहदे मुताबक DGP अपॉइंटमेंट जिहड़ी कि ऑर्डनरीली स्टेट गवर्नमेंट के हकूक च हुंदी है वो UPSC नूं दे दित्ती गई, जिहदे अंदर एक कमेटी बनती है जिहदे अंदर चीफ सैकटरी पार्ट हुंदा है। सुप्रीम कोर्ट का हुक्म सी, सारियां स्टेट्स नूं इह मनना पिया। उस जजमेंट के तहत सुप्रीम कोर्ट ने एक प्रोसीजर लेड आउट किया सीगा भी DGP किद्दां सिलैक्ट होणगे। उस सुप्रीम कोर्ट की जजमेंट के तहत UPSC ने अपॉइंटमेंट की सी, एक पैनल भेजा सी जिहदे अंदरों पंजाब सरकार ने दिनकर गुप्ता नूं दी नियुक्ति एज DGP की। जिहड़ा प्रोसैस ऑफ सिलैक्शन सी उहनूं चैलेंज किया गया कैट के अंदर। कैट ने कहा कि ये प्रोसैस जिहड़ा है सुप्रीम कोर्ट की जजमेंट के खिलाफ है। पंजाब सरकार और UPSC दोवें इस फैसले के खिलाफ हाई कोर्ट के अंदर आए और कई सवालात उठे, जिहड़े 5 क्वेश्चन कोर्ट ने फ्रेम किए और उहदे अंदर पटिशनर का ये कहना सी, जिन्होंने चैलेंज की सी कि DGP की नियुक्ति जिहड़ी है अकॉर्डिंग टू रूल्स नहीं हुई। हाई कोर्ट ने कहा कि इहदां दी नियुक्ति एज पर रूल्स हुई है, तो उन्होंने सैटिस्फाइड करता कैट का फैसला। ਤੇ ਹੁਣ ਸਰ ਜਿਸ ਤਰ੍ਹਾਂ ਦੇ ਨਾਲ ਇਹ ਪੂਰੇ ਕਾਨੂੰਨੀ ਦੌਰ ਪੇਚ ਰਹੇ ਨੇਗੇ, ਉਹਦੇ ਵਿੱਚ ਹਾਲਾਂਕਿ ਰਿਲੀਫ ਮਿਲਿਆ ਦਿਨਕਰ ਗੁਪਤਾ ਨੂੰ, ਪਰ ਇਹ ਜੇ ਕਿਹਾ ਜਾਵੇ ਇੱਕ ਤਰ੍ਹਾਂ ਦਾ ਇਹੀ ਫੈਸਲਾ ਹੀ ਹੈ ਕਿ ਹੁਣ ਦਿਨਕਰ ਗੁਪਤਾ ਹੀ ਰਹਿਣਗੇ ਜਾਂ ਇਹ ਤੋਂ ਅੱਗੇ ਵੀ ਕੋਈ ਮਾਮਲਾ ਚੱਲੇਗਾ ਜੀ? ਨਹੀਂ, the original petitioners have option of going to Supreme Court, and since it is their legal strategy, you can ask them whether they will be going or not. ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।